ਦੋਸਤੋ, ਇਹ ਕਹਾਣੀ ਮੇਰੇ ਪਤੀ ਤੇ ਮੇਰੇ ਦਿਓਰ ਦੀ ਹੈ। ਮੇਰਾ ਦਿਓਰ ਮੇਰੇ ਪਤੀ ਦਾ ਹਮਸ਼ਕਲ ਸੀ। ਉਹਨਾਂ ਦੋਹਾਂ ਦੀ ਪਹਿਚਾਣ ਨਹੀਂ ਸੀ ਆਉਂਦੀ। ਉਹ ਦੋਵੇਂ ਜੁੜਵਾਂ ਭਰਾ ਸੀ ਤੇ ਉਹਨਾਂ ਦੀ ਸ਼ਕਲ ਵੀ ਇੱਕੋ ਜਿਹੀ ਸੀ। ਜਦੋਂ ਵੀ ਕੋਈ ਪਹਿਲੀ ਵਾਰ ਦੇਖਦਾ ਸੀ ਤਾਂ ਉਹਨਾਂ ਦੋਹਾਂ ਦੀ ਪਹਿਚਾਣ ਨਹੀਂ ਸੀ ਕਰ ਸਕਦਾ। ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਵੀ ਪਹਿਚਾਣ ਨਹੀਂ ਸੀ ਸਕਦੀ। ਅਕਸਰ ਹੀ ਮੈਂ ਆਪਣੇ ਦਿਓਰ ਦੇ ਸਾਹਮਣੇ ਜਾਣ ਤੋਂ ਡਰਦੀ ਸੀ। ਮੈਂ ਜ਼ਿਆਦਾਤਰ ਟਾਈਮ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ। ਜਦੋਂ ਇੱਕ ਰਾਤ ਨੂੰ ਮੇਰਾ ਪਤੀ ਮੇਰੇ ਬੈੱਡ ਦੇ ਉੱਪਰ ਮੇਰੇ ਨਾਲ ਸੌ ਰਿਹਾ ਸੀ ਤਾਂ ਮੇਰਾ ਦਿਲ ਡਰ ਨਾਲ ਕੰਬ ਰਿਹਾ ਸੀ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਅੱਖਾਂ ਮਲਦੀ ਨਹੀਂ ਦੇਖਿਆ ਕਿ ਮੇਰੇ ਪਤੀ ਦੀ ਥਾਂ ਤੇ ਮੇਰਾ ਦਿਓਰ। ਦੋਸਤੋ, ਤੁਹਾਨੂੰ ਸਾਰੀ ਕਹਾਣੀ ਹੁਣ ਮੈਂ ਖੁੱਲ੍ਹ ਕੇ ਦੱਸਦੀ ਹਾਂ। ਜਦੋਂ ਮੇਰਾ ਵਿਆਹ ਹੋਇਆ ਤਾਂ ਉਸ ਵਿਆਹ ਵਾਲੀ ਪਹਿਲੀ ਰਾਤ ਜਦੋਂ ਮੈਂ ਮੇਰੇ ਕਮਰੇ ਵਿੱਚ ਬੈਠੀ ਸੀ ਤਾਂ ਦੋ ਜਾਣੇ ਸਾਡੇ ਕਮਰੇ ਵਿੱਚ ਆਏ। ਮੈਂ ਉਹਨਾਂ ਦੋਹਾਂ ਦੇ ਸਿਰਫ ਪੈਰ ਹੀ ਦੇਖੇ ਸਨ। ਮੈਂ ਤਾਂ ਹੈਰਾਨ ਸੀ ਕਿ ਰਾਤ ਨੂੰ ਉਸ ਟਾਈਮ ਤੇ ਦੋ ਮਰਦ ਮੇਰੇ ਕਮਰੇ ਵਿੱਚ, ਇੱਕ ਤਾਂ ਮੇਰਾ ਪਤੀ ਸੀ, ਦੂਜਾ ਕੌਣ ਸੀ। ਜਦੋਂ ਮੈਂ ਉੱਪਰ ਆਪਣਾ ਘੁੰਡ ਚੁੱਕ ਕੇ ਦੇਖਿਆ ਤਾਂ ਮੈਂ ਹੈਰਾਨ ਹੀ ਰਹਿ ਗਈ ਕਿ ਮੇਰੇ ਪਤੀ ਨਾਲ ਇੱਕ ਹੋਰ ਮਰਦ, ਉਹ ਵੀ ਰਾਤ ਨੂੰ ਉਸ ਟਾਈਮ ਜਦੋਂ ਮੇਰਾ ਤੇ ਮੇਰੇ ਪਤੀ ਦਾ ਇਕੱਲਿਆਂ ਦਾ ਉਸ ਕਮਰੇ ਵਿੱਚ ਰਹਿਣ ਦਾ ਟਾਈਮ ਸੀ। ਜਦੋਂ ਮੈਂ ਦੋਹਾਂ ਦਾ ਚਿਹਰਾ ਦੇਖਿਆ ਤਾਂ ਦੋਹਾਂ ਦੀ ਸ਼ਕਲ ਇੱਕੋ ਜਿਹੀ ਸੀ। ਉਹਨਾਂ ਨੂੰ ਤਾਂ ਮੈਂ ਪਹਿਚਾਣ ਵੀ ਨਾ ਸਕੀ ਕਿ ਮੇਰਾ ਪਤੀ ਕਿਹੜਾ ਤੇ ਮੇਰਾ ਦਿਓਰ ਕਿਹੜਾ। ਵਾਲਾਂ ਦਾ ਸਟਾਈਲ ਵੀ ਇੱਕੋ ਜਿਹਾ ਸੀ, ਹੱਥ ਪੈਰ ਤੇ ਰੰਗ ਰੂਪ ਸਾਰਾ ਕੁਝ ਇੱਕੋ ਜਿਹਾ ਸੀ। ਮੈਂ ਤਾਂ ਹੈਰਾਨ ਹੀ ਰਹਿ ਗਈ ਕਿਉਂਕਿ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਸੀ। ਜਦੋਂ ਕੋਈ ਵੀ ਪਹਿਲੀ ਵਾਰ ਅਚਾਨਕ ਉਹਨਾਂ ਦੋਹਾਂ ਨੂੰ ਦੇਖਦਾ ਸੀ ਤਾਂ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਸੀ ਕਿ ਉਹਨਾਂ ਦੋਹਾਂ ਵਿੱਚ ਮੇਰਾ ਪਤੀ ਕਿਹੜਾ। ਮੈਂ ਘਬਰਾਈ ਹੋਈ ਖੜੀ ਸੀ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਤੂੰ ਦੱਸ ਕਿ ਸਾਡੇ ਦੋਹਾਂ ਵਿੱਚ ਤੇਰਾ ਪਤੀ ਕਿਹੜਾ। ਮੈਂ ਤਾਂ ਘਬਰਾ ਗਈ ਤੇ ਮੈਂ ਫੈਸਲਾ ਕਰ ਨਾ ਸਕੀ। ਕੋਈ ਵੀ ਇੱਕਦਮ ਉਹ ਫੈਸਲਾ ਨਹੀਂ ਸੀ ਕਰ ਸਕਦਾ ਕਿਉਂਕਿ ਦੋਹਾਂ ਦੇ ਰੰਗ ਰੂਪ ਵਿੱਚ ਬਿਲਕੁਲ ਵੀ ਫਰਕ ਨਹੀਂ ਸੀ। ਮੈਂ ਤਾਂ ਬਿਲਕੁਲ ਚੁੱਪਚਾਪ ਖੜੀ ਤਾਂ ਦੂਜਾ ਮਰਦ ਵੀ ਮੇਰੇ ਕੋਲ ਆ ਕੇ ਬੈਠ ਗਿਆ ਤੇ ਮੇਰਾ ਹੱਥ ਫੜ ਕੇ ਕਹਿਣ ਲੱਗਾ, ਮੈਂ ਰਾਜੀਵ ਤੇ ਵਿਸ਼ਾਲ ਮੇਰਾ ਭਰਾ। ਮੇਰਾ ਦਿਲ ਨਹੀਂ ਸੀ ਮੰਨ ਰਿਹਾ ਕਿ ਉਹ ਜੋ ਕੁਝ ਵੀ ਕਹਿ ਰਿਹਾ ਉਹ ਸੱਚ ਹੈ। ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਸੀ। ਉਹ ਜੁੜਵਾਂ ਭਰਾ ਸੀ ਕਿਉਂਕਿ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਮੇਰੇ ਪਤੀ ਦਾ ਕੋਈ ਜੁੜਵਾਂ ਭਰਾ ਵੀ ਹੈ ਤੇ ਉਹ ਦੋਵੇਂ ਹਮਸ਼ਕਲ ਹਨ। ਮੈਨੂੰ ਇੰਨਾ ਜ਼ਰੂਰ ਪਤਾ ਸੀ ਕਿ ਉਹ ਦੋ ਭਰਾ ਹਨ, ਪਰ ਇਸ ਗੱਲ ਦਾ ਮੈਨੂੰ ਵਿਆਹ ਤੋਂ ਬਾਅਦ ਹੀ ਪਤਾ ਲੱਗਿਆ ਕਿ ਮੇਰਾ ਪਤੀ ਤੇ ਮੇਰਾ ਦਿਓਰ ਦੋਵੇਂ ਜੁੜਵਾਂ ਭਰਾ ਹਨ। ਜਿਹੜੇ ਨੌਜਵਾਨ ਨੇ ਮੇਰਾ ਹੱਥ ਫੜਿਆ ਸੀ, ਮੇਰਾ ਦਿਲ ਨਹੀਂ ਸੀ ਮੰਨਦਾ ਕਿ ਉਹ ਮੇਰਾ ਪਤੀ ਹੈ। ਮੇਰਾ ਤਾਂ ਦਿਲ ਇਹੀ ਕਹਿੰਦਾ ਸੀ ਕਿ ਉਹ ਮੇਰਾ ਦਿਓਰ ਸੀ। ਉਹ ਸਾਰਾ ਕੁਝ ਮੈਨੂੰ ਮਜ਼ਾਕ ਵਿੱਚ ਕਹਿ ਰਿਹਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਜਿਹੜੀ ਰਾਤ ਮੇਰੇ ਲਈ ਖੁਸ਼ੀਆਂ ਦੀ ਸੁਹਾਗ ਭਰੀ ਰਾਤ ਸੀ, ਉਹ ਤਾਂ ਅੱਜ ਮੇਰੇ ਲਈ ਇੱਕ ਮੁਸੀਬਤ ਬਣ ਗਈ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਨਾਲ ਕੀ ਖੇਡ ਖੇਡ ਰਹੇ ਹਨ। ਰਾਜੀਵ ਬੈੱਡ ਤੋਂ ਉੱਠਿਆ ਤੇ ਫਿਰ ਉਹ ਕਹਿਣ ਲੱਗਿਆ ਕਿ ਇਹ ਤੇਰੇ ਪਤੀ ਹਨ। ਭਾਬੀ, ਤੁਸੀਂ ਘਬਰਾਓ ਨਾ, ਮੈਂ ਤਾਂ ਸਿਰਫ ਇੱਥੇ ਮਹੀਨਾ 2 ਮਹੀਨੇ ਹੀ ਰੁਕਾਂਗਾ ਤੇ ਫਿਰ ਵਾਪਸ ਫੌਰਨ ਚਲਾ ਜਾਵਾਂਗਾ। ਉਹ ਇੰਨਾ ਕੁਝ ਕਹਿ ਕੇ ਸਾਡੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਤੇ ਜਾਂਦੇ ਜਾਂਦੇ ਨੇ ਸਾਡੇ ਕਮਰੇ ਦਾ ਦਰਵਾਜ਼ਾ ਵੀ ਬੰਦ ਕਰ ਦਿੱਤਾ। ਤਾਂ ਫਿਰ ਮੇਰਾ ਪਤੀ ਮੈਨੂੰ ਵੇਖ ਕੇ ਹੱਸਣ ਲੱਗਾ ਤੇ ਮੈਨੂੰ ਕਹਿਣ ਲੱਗਾ, ਮੈਂ ਵੀ ਤੇਰੇ ਚਿਹਰੇ ਦਾ ਰਿਐਕਸ਼ਨ ਦੇਖਣਾ ਚਾਹੁੰਦਾ ਸੀ ਕਿ ਤੂੰ ਕਿਵੇਂ ਮਹਿਸੂਸ ਕਰੇਂਗੀ। ਇਸ ਕਰਕੇ ਅਸੀਂ ਦੋਵੇਂ ਭਰਾ ਇਕੱਠੇ ਇਸ ਕਮਰੇ ਵਿੱਚ ਆਏ ਸੀ। ਮੈਨੂੰ ਅੰਦਰੋਂ ਅੰਦਰ ਬਹੁਤ ਗੁੱਸਾ ਆਇਆ ਕਿ ਮੇਰੇ ਘਰ ਵਾਲੇ ਨੇ ਪਹਿਲੀ ਰਾਤ ਹੀ ਮੈਨੂੰ ਇੰਨਾ ਗੰਦਾ ਸਰਪ੍ਰਾਈਜ਼ ਦਿੱਤਾ। ਫਿਰ ਉਸਨੇ ਆਪਣੀ ਜੇਬ ਵਿੱਚੋਂ ਇੱਕ ਅੰਗੂਠੀ ਦਾ ਬਾਕਸ ਕੱਢਿਆ ਤੇ ਖੋਲ੍ਹ ਕੇ ਅੰਗੂਠੀ ਮੇਰੇ ਹੱਥ ਵਿੱਚ ਪਾ ਦਿੱਤੀ। ਉਹ ਮੇਰੀ ਮੂੰਹ ਦਿਖਾਈ ਦਾ ਤੋਹਫਾ ਸੀ। ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਫਿਰ ਉਹ ਮੈਨੂੰ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਸਾਰੀ ਰਾਤ ਹੀ ਸੁਣਾਉਂਦਾ ਰਹਿੰਦਾ। ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਸੁਹਾਗ ਰਾਤ ਮੈਨੂੰ ਇੰਨਾ ਵੱਡਾ ਸਰਪ੍ਰਾਈਜ਼ ਮਿਲੂਗਾ। ਮੇਰੇ ਅੰਦਰ ਦਾ ਡਰ ਸੀ ਕਿਤੇ ਮੈਂ ਆਪਣੇ ਪਤੀ ਦੇ ਭੁਲੇਖੇ ਆਪਣੇ ਦਿਓਰ ਨਾਲ ਹੀ ਕੁਝ ਅਜਿਹੀ ਹਰਕਤ ਨਾ ਕਰ ਦੇਵਾਂ। ਇਹ ਡਰ ਮੈਨੂੰ ਅੰਦਰ ਹੀ ਅੰਦਰ ਖਾ ਰਿਹਾ ਸੀ। ਜਦੋਂ ਸਵੇਰ ਹੋਈ ਤਾਂ ਡਾਈਨਿੰਗ ਟੇਬਲ ਤੇ ਨਾਸ਼ਤਾ ਲੱਗ ਚੁੱਕਾ ਸੀ ਤੇ ਮੇਰੀ ਸੱਸ ਨੇ ਮੇਰੀ ਪਸੰਦ ਦਾ ਨਾਸ਼ਤਾ ਬਣਾਇਆ ਤਾਂ ਮੈਂ ਹੈਰਾਨ ਸੀ ਜਦੋਂ ਮੈਂ ਦੇਖਿਆ ਕਿ ਮੇਰਾ ਦਿਓਰ ਮੇਰੀ ਸੱਸ ਦੇ ਨਾਲ ਰਸੋਈ ਵਿੱਚ ਮਦਦ ਕਰ ਰਿਹਾ ਸੀ।
ਤੇ ਉਹ ਦੋਵੇਂ ਮਾਂ ਪੁੱਤ ਨਾਸ਼ਤਾ ਬਣਾ ਰਹੇ ਸੀ ਤਾਂ ਰਾਜੀਵ ਮੇਰੇ ਸਾਹਮਣੇ ਹੀ ਕਹਿਣ ਲੱਗਾ, ਭਾਬੀ ਇਹ ਆਮਲੇਟ ਮੈਂ ਆਪ ਖੁਦ ਆਪਣੇ ਹੱਥ ਨਾਲ ਬਣਾਇਆ, ਤੁਸੀਂ ਇਸ ਨੂੰ ਖਾ ਕੇ ਦੱਸੋ। ਇਹ ਕਹਿ ਕੇ ਉਹ ਮੇਰੇ ਸਾਹਮਣੇ ਹੀ ਬੈਠ ਗਿਆ ਤੇ ਕਹਿਣ ਲੱਗਿਆ, ਭਾਬੀ ਇੱਕ ਗੱਲ, ਤੁਸੀਂ ਬਹੁਤ ਹੀ ਬਦਨਸੀਬ ਹੋ। ਤੁਹਾਡੇ ਪਤੀ ਨੂੰ ਤਾਂ ਇੱਕ ਕੱਪ ਚਾਹ ਵੀ ਨਹੀਂ ਬਣਾਉਣਾ ਆਉਂਦਾ। ਜੇਕਰ ਤੁਹਾਡਾ ਵਿਆਹ ਮੇਰੇ ਨਾਲ ਹੋਇਆ ਹੁੰਦਾ ਤਾਂ ਤੁਹਾਨੂੰ ਰਸੋਈ ਵਿੱਚ ਵੜਨ ਦੀ ਲੋੜ ਨਹੀਂ ਸੀ। ਮੇਰੀ ਪਤਨੀ ਤਾਂ ਰਾਜ ਕਰੂਗੀ ਰਾਜ। ਇੰਨਾ ਕਹਿ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਮੇਰਾ ਵੀ ਹਾਸਾ ਨਿਕਲ ਗਿਆ। ਪਰ ਮੇਰੇ ਪਤੀ ਨੂੰ ਗੁੱਸਾ ਆਇਆ। ਉਹ ਬਹੁਤ ਹੀ ਹਾਸੇ ਮਜ਼ਾਕ ਵਾਲਾ ਸੀ ਤੇ ਬਹੁਤ ਹੀ ਜ਼ਿਆਦਾ ਬੋਲਦਾ ਸੀ। ਜਿੰਨਾ ਟਾਈਮ ਉਹ ਡਾਈਨਿੰਗ ਟੇਬਲ ਤੇ ਬੈਠਾ ਨਾਸ਼ਤਾ ਕਰਦਾ ਰਹਾ, ਉਹਨਾਂ ਟਾਈਮ ਉਹ ਬੋਲਦਾ ਹੀ ਰਿਹਾ ਤੇ ਮੈਨੂੰ ਆਪਣੀਆਂ ਗੱਲਾਂ ਸੁਣਾਉਂਦਾ ਰਹਾ। ਮੇਰੀ ਸੱਸ ਦਾ ਸੁਭਾਅ ਵੀ ਬਹੁਤ ਵਧੀਆ ਸੀ। ਉਹ ਵੀ ਮੇਰੇ ਨਾਲ ਸਹੇਲੀਆਂ ਵਾਂਗ ਰਹਿੰਦੀ ਸੀ ਤੇ ਕਦੇ ਵੀ ਮੈਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਸੀ ਹੋਣ ਦਿੱਤਾ ਕਿ ਉਹ ਮੇਰੀ ਸੱਸ ਹੈ ਤੇ ਮੈਨੂੰ ਹਮੇਸ਼ਾ ਹੀ ਹਾਸਾ ਮਜ਼ਾਕ ਕਰਦੀ ਰਹਿੰਦੀ। ਫਿਰ ਅਸੀਂ ਵਿਆਹ ਤੋਂ 3-4 ਦਿਨ ਬਾਅਦ ਹੀ ਹਨੀਮੂਨ ਦੇ ਲਈ ਬਾਹਰ ਚਲੇ ਗਏ। ਜਦੋਂ ਅਸੀਂ ਹਨੀਮੂਨ ਤੇ ਜਾਣ ਲੱਗੇ ਤਾਂ ਮੇਰਾ ਦਿਓਰ ਮੇਰੇ ਵੱਲ ਦੇਖ ਕੇ ਕਹਿੰਦਾ, ਭਾਬੀ ਜੇ ਹਨੀਮੂਨ ਤੁਸੀਂ ਮੇਰੇ ਨਾਲ ਮਨਾਉਣ ਜਾਂਦੇ ਤਾਂ ਤੁਹਾਡੇ ਤਾਂ ਨਜ਼ਾਰੇ ਹੀ ਵੱਖਰੇ ਸੀ। ਉਦੋਂ ਮੇਰਾ ਪਤੀ ਮੇਰੇ ਕੋਲ ਨਹੀਂ ਸੀ। ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਮੇਰਾ ਦਿਓਰ ਮੇਰੇ ਨਾਲ ਅਜਿਹੀਆਂ ਗੱਲਾਂ ਕਿਉਂ ਕਰਦਾ, ਬਲਕਿ ਮੈਂ ਤਾਂ ਉਸ ਦੀ ਭਾਬੀ ਸੀ। ਮੈਂ ਸੰਗਦੀ ਉਸ ਨੂੰ ਅੱਗੋਂ ਕੁਝ ਵੀ ਨਾ ਬੋਲਦੀ ਕਿਉਂਕਿ ਮੈਂ ਉਸ ਘਰ ਵਿੱਚ ਨਵੀਂ ਸੀ ਤੇ ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਵੱਲੋਂ ਕਿਸੇ ਨੂੰ ਕੋਈ ਤਕਲੀਫ ਹੋਵੇ। ਫਿਰ ਅਸੀਂ ਹਨੀਮੂਨ ਦੇ ਲਈ ਨਿਕਲ ਗਏ ਤੇ ਅਸੀਂ ਉੱਥੇ 3-4 ਦਿਨ ਰਹੇ। ਮੇਰਾ ਪਤੀ ਥੋੜਾ ਸ਼ਾਂਤ ਸੁਭਾਅ ਦਾ ਸੀ, ਪਰ ਮੇਰਾ ਦਿਓਰ ਬਹੁਤ ਹੀ ਜ਼ਿਆਦਾ ਬੜਬੋਲਾ ਅਤੇ ਰੋਮਾਂਸ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਉਸ ਨੂੰ ਇਸ ਤਰ੍ਹਾਂ ਨਹੀਂ ਸੀ ਮਹਿਸੂਸ ਹੁੰਦਾ ਕਿ ਮੈਂ ਉਸ ਦੀ ਵੱਡੀ ਭਰਜਾਈ ਹਾਂ। ਉਹ ਮੇਰੇ ਨਾਲ ਹਮੇਸ਼ਾ ਹੀ ਆਪਣੀ ਪਤਨੀ ਦੀ ਤਰ੍ਹਾਂ ਗੱਲ ਕਰਦਾ, ਜਦਕਿ ਮੇਰਾ ਪਤੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਦੇ ਸਾਹਮਣੇ ਨਹੀਂ ਸੀ ਕਰਦਾ। ਉਹ ਜਦੋਂ ਵੀ ਮੇਰੇ ਨਾਲ ਪਿਆਰ ਦਾ ਇਜ਼ਹਾਰ ਕਰਦਾ ਤਾਂ ਉਦੋਂ ਅਸੀਂ ਇਕੱਲੇ ਹੁੰਦੇ ਤੇ ਉਦੋਂ ਹੀ ਮੇਰੇ ਨਾਲ ਹੀ ਸਭ ਗੱਲਾਂ ਕਰਦਾ। ਪਰ ਮੇਰਾ ਦਿਓਰ ਜਿੱਥੇ ਵੀ ਮੈਨੂੰ ਦੇਖ ਲੈਂਦਾ ਉੱਥੇ ਹੀ ਮੇਰੇ ਨਾਲ ਮਜ਼ਾਕ ਕਰਨ ਲੱਗ ਪੈਂਦਾ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਇੱਕ ਨਾਲ ਨਹੀਂ ਵਿਆਹੀ, ਮੇਰੇ ਤਾਂ 2 ਪਤੀ ਨੇ ਤੇ ਮੈਨੂੰ ਡਰ ਵੀ ਬਹੁਤ ਲੱਗਦਾ ਸੀ ਕਿ ਜੇ ਮੇਰੇ ਪਤੀ ਸਾਡੀਆਂ ਦੋਨਾਂ ਦੀਆਂ ਗੱਲਾਂ ਸੁਣ ਲੈਂਦੇ ਤਾਂ ਪਤਾ ਨਹੀਂ ਕੀ ਹੋਵੇਗਾ। ਫਿਰ ਅਸੀਂ ਜਦੋਂ ਹਨੀਮੂਨ ਤੋਂ ਵਾਪਸ ਆਏ ਤਾਂ ਮੈਂ ਆਉਂਦਿਆਂ ਹੀ ਰਸੋਈ ਸਾਂਭ ਲਈ ਤੇ ਰਸੋਈ ਦਾ ਸਾਰਾ ਕੰਮ ਕਾਜ ਆਪ ਕਰਨ ਲੱਗ ਪਈ। ਜਦੋਂ 2 ਦਿਨ ਮੈਂ ਆਪਣੇ ਪਤੀ ਵਿਸ਼ਾਲ ਦੇ ਨਾਲ ਹਨੀਮੂਨ ਤੇ ਗੁਜ਼ਾਰੇ ਸਨ, ਉਹਨਾਂ ਨੂੰ ਤਾਂ ਮੈਂ ਕਦੇ ਵੀ ਭੁੱਲ ਨਹੀਂ ਸੀ ਸਕਦੀ। ਮੇਰੇ ਲਈ ਤਾਂ ਉਹ ਖੂਬਸੂਰਤ ਯਾਦਗਾਰ ਬਣ ਕੇ ਰਹਿ ਗਏ। ਇੱਕ ਵਾਰ ਰਾਤ ਨੂੰ ਵਿਸ਼ਾਲ ਬਾਹਰ ਸੀ ਤੇ ਜਦੋਂ ਉਹ ਘਰ ਆਇਆ ਤਾਂ ਉਸ ਦੀ ਆਉਣ ਤੋਂ ਪਹਿਲਾਂ ਤਿਆਰ ਹੋ ਕੇ ਉਸ ਦਾ ਇੰਤਜ਼ਾਰ ਕਰ ਰਹੀ ਸੀ, ਕਿਉਂਕਿ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਅੱਜ ਆਪਾਂ ਰਾਤ ਨੂੰ ਬਾਹਰ ਰੈਸਟੋਰੈਂਟ ਦੇ ਵਿੱਚ ਡਿਨਰ ਕਰਨ ਜਾਵਾਂਗੇ। ਮੇਰੀ ਸੱਸ ਨੇ ਸਾਨੂੰ ਇਜਾਜ਼ਤ ਦੇ ਦਿੱਤੀ ਸੀ ਤੇ ਉਸਨੇ ਸਾਨੂੰ ਕਹਿ ਦਿੱਤਾ ਸੀ ਕਿ ਤੁਸੀਂ ਅੱਜ ਬਾਹਰ ਖਾਣਾ ਖਾ ਲਓ। ਜਦੋਂ ਵਿਸ਼ਾਲ ਘਰ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਯਾਦ ਆ ਕਿ ਅੱਜ ਤੁਸੀਂ ਮੇਰੇ ਨਾਲ ਕੀ ਵਾਅਦਾ ਕੀਤਾ ਸੀ। ਮੈਂ ਤਾਂ ਬਿਲਕੁਲ ਤਿਆਰ ਹਾਂ, ਤੁਸੀਂ ਥੋੜਾ ਫਰੈਸ਼ ਹੋ ਜਾਓ ਤੇ ਫਿਰ ਆਪਾਂ ਚੱਲਦੇ ਹਾਂ। ਮੈਂ ਤਾਂ ਹੈਰਾਨ ਰਹਿ ਗਈ ਜਦੋਂ ਮੇਰੇ ਪਤੀ ਨੇ ਕਿਹਾ ਕਿ ਕਿਹੜਾ ਵਾਅਦਾ। ਜਦੋਂ ਉਹਨਾਂ ਨੇ ਇਸ ਤਰ੍ਹਾਂ ਕਿਹਾ ਤਾਂ ਮੈਂ ਉਹਨਾਂ ਨੂੰ ਕਿਹਾ, ਬਹਾਨੇ ਨਾ ਬਣਾਓ, ਤੁਹਾਨੂੰ ਵੀ ਪਤਾ ਤੁਸੀਂ ਮੈਨੂੰ ਅੱਜ ਸਵੇਰੇ ਹੀ ਕਿਹਾ ਸੀ ਕਿ ਆਪਾਂ ਦੋਵੇਂ ਡਿਨਰ ਦੇ ਲਈ ਬਾਹਰ ਜਾਵਾਂਗੇ। ਜਦੋਂ ਮੈਂ ਇਸ ਤਰ੍ਹਾਂ ਕਹਾ ਤਾਂ ਉਹ ਕਹਿਣ ਲੱਗੇ, ਅੱਛਾ ਹਾਂ, ਹੁਣ ਮੈਨੂੰ ਯਾਦ ਆਇਆ, ਚੱਲ ਕੋਈ ਗੱਲ ਨਹੀਂ, ਆਪਾਂ ਹੁਣੇ ਚੱਲਦੇ ਹਾਂ। ਮੇਰੇ ਨਾਲੋਂ ਮੇਰੇ ਪਤੀ ਨੂੰ ਜ਼ਿਆਦਾ ਕਾਹਲੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਥੋੜਾ ਹੱਥ ਮੂੰਹ ਧੋ ਲਵੋ, 1 ਕੱਪ ਚਾਹ ਦਾ ਵੀ ਪੀ ਲਵੋ, ਪਰ ਉਹ ਕਹਿਣ ਲੱਗੇ ਨਹੀਂ, ਆਪਾਂ ਲੇਟ ਹੋ ਜਾਵਾਂਗੇ। ਉਹਨਾਂ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਬਾਹਰ ਲੈ ਗਏ। ਫਿਰ ਅਸੀਂ ਸ਼ਹਿਰ ਪਹੁੰਚ ਗਏ ਤੇ ਖੂਬਸੂਰਤ ਜਿਹੀ ਰੈਸਟੋਰੈਂਟ ਵਿੱਚ ਖਾਣਾ ਖਾਧਾ। ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਮੇਰੇ ਪਤੀ ਦੇ ਨਾਲ ਬਾਹਰ ਜਾਣ ਦਾ ਮੌਕਾ ਮਿਲਿਆ ਸੀ। ਫਿਰ ਅਸੀਂ ਘਰ ਵਾਪਸ ਆ ਗਏ। ਜਦੋਂ ਘਰ ਵਾਪਸ ਆਏ ਤਾਂ ਰਾਜੀਵ ਤੇ ਮੇਰੀ ਸੱਸ ਸਾਹਮਣੇ ਹੀ ਬੈਠੇ ਸੀ ਤੇ ਵਿਸ਼ਾਲ ਵੀ ਉਹਨਾਂ ਦੇ ਕੋਲ ਜਾ ਕੇ ਬੈਠ ਗਏ। ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗਿਆ। ਮੈਨੂੰ ਸਮਝ ਨਹੀਂ ਆਈ ਕਿ ਉਸ ਦੇ ਹੱਸਣ ਦੀ ਵਜ੍ਹਾ ਕੀ ਸੀ। ਤੇ ਫਿਰ ਮੇਰੇ ਪਤੀ ਵਿਸ਼ਾਲ ਨੇ ਜਦੋਂ ਰਾਜੀਵ ਦੇ ਮੋਢੇ ਤੇ ਜਾ ਕੇ ਥਾਪੀ ਮਾਰੀ ਤੇ ਕਹਿਣ ਲੱਗਿਆ, ਇਹਨੂੰ ਸ਼ਰਮ ਨਹੀਂ ਆਉਂਦੀ, ਤੂੰ ਮੇਰਾ ਹਮਸ਼ਕਲ, ਇਸ ਦਾ ਮਤਲਬ ਇਹ ਨਹੀਂ ਕਿ ਤੂੰ ਮੇਰੀ ਪਤਨੀ ਦੇ ਨਾਲ ਕਿਤੇ ਵੀ ਚਲਾ ਜਾਵੇਂ। ਜਦੋਂ ਮੈਂ ਵਿਸ਼ਾਲ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਂ ਹੈਰਾਨ ਹੀ ਰਹਿ ਗਈ ਕਿ ਜਿਸ ਦੇ ਨਾਲ ਮੈਂ ਹੁਣੇ ਬਾਹਰੋਂ ਆਈ ਹਾਂ ਉਹ ਮੇਰਾ ਪਤੀ ਨਹੀਂ, ਬਲਕਿ ਉਹ ਤਾਂ ਮੇਰਾ ਦਿਓਰ ਸੀ। ਮੈਂ ਤਾਂ ਘਬਰਾ ਹੀ ਗਈ
ਤੇ ਮੇਰੇ ਨਾਲ ਕੀ ਹੋ ਗਿਆ। ਮੈਨੂੰ ਬਿਲਕੁਲ ਵੀ ਪਛਾਣ ਨਹੀਂ ਆਈ ਕਿ ਮੇਰਾ ਪਤੀ ਸੀ ਕਿ ਮੇਰਾ ਦਿਓਰ। ਉਸਨੇ ਤਾਂ ਮੈਨੂੰ ਬਿਲਕੁਲ ਵੀ ਸ਼ੱਕ ਨਹੀਂ ਸੀ ਹੋਣ ਦਿੱਤਾ ਕਿ ਉਹ ਵਿਸ਼ਾਲ ਨਹੀਂ ਹੈ। ਮੈਂ ਘੂਰ ਕੇ ਰਾਜੀਵ ਵੱਲ ਦੇਖਣ ਲੱਗੀ ਤੇ ਫਿਰ ਉਹ ਮੈਨੂੰ ਦੇਖ ਕੇ ਹੱਸਣ ਲੱਗ ਪਿਆ। ਮੈਂ ਤਾਂ ਆਪ ਹੀ ਹੈਰਾਨ ਸੀ। ਮੇਰਾ ਪਤੀ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਤੇ ਤੈਨੂੰ ਬਿਲਕੁਲ ਵੀ ਪਛਾਣ ਨਹੀਂ ਆਈ ਕਿ ਉਹ ਤੇਰਾ ਪਤੀ ਨਹੀਂ। ਹੁਣ ਜਦੋਂ ਵੀ ਮੇਰਾ ਪਤੀ ਮੈਨੂੰ ਕਦੇ ਵੀ ਬਾਹਰ ਲੈ ਜਾਣ ਦਾ ਕਹਿੰਦਾ ਤਾਂ ਮੈਂ ਉਦੋਂ ਹੀ ਉਸ ਨੂੰ ਇਨਕਾਰ ਕਰ ਦਿੰਦੀ। ਮੇਰੇ ਦਿਲ ਵਿੱਚ ਤਾਂ ਹੁਣ ਇਹ ਡਰ ਬੈਠ ਗਿਆ ਸੀ ਕਿ ਰਾਤ ਨੂੰ ਵੀ ਕਦੇ ਮੇਰੇ ਨਾਲ ਇਸ ਤਰ੍ਹਾਂ ਹੋ ਸਕਦਾ, ਕਿਉਂਕਿ ਉਹ ਦੋਨੋਂ ਕੱਪੜੇ ਵੀ ਇੱਕ ਦੂਜੇ ਦੇ ਹੀ ਪਾ ਲੈਂਦੇ ਸੀ। ਮੇਰਾ ਪਤੀ ਭੋਲਾ ਸੀ। ਉਹ ਮੇਰਾ ਦਿਓਰ ਜਿਵੇਂ ਹੀ ਮੇਰੇ ਪਤੀ ਨੂੰ ਕਹਿੰਦਾ ਸੀ ਉਹ ਉਵੇਂ ਹੀ ਕਰਦਾ ਸੀ। ਐਵੇਂ ਹੀ 6 ਮਹੀਨੇ ਲੰਘ ਗਏ, ਪਰ ਮੇਰੇ ਦਿਲ ਵਿੱਚ ਡਰ ਸੀ ਕਿ ਹੁਣ ਜਦੋਂ ਵੀ ਮੈਂ ਰਾਤ ਨੂੰ ਆਪਣੇ ਪਤੀ ਦੇ ਨਾਲ ਹੁੰਦੀ ਸੀ ਤਾਂ ਮੇਰੇ ਦਿਲ ਵਿੱਚ ਇਹੀ ਡਰ ਹੁੰਦਾ ਸੀ ਕਿ ਕਿਤੇ ਮੈਂ ਆਪਣੇ ਦਿਓਰ ਨਾਲ ਤਾਂ ਨਹੀਂ ਇਹ ਸਭ ਕੁਝ ਕਰ ਰਹੀ ਸੀ। ਫਿਰ ਇੱਕ ਦਿਨ ਅਚਾਨਕ ਮੈਨੂੰ ਚੱਕਰ ਆਉਣ ਲੱਗੇ ਤਾਂ ਮੇਰੀ ਸੱਸ ਮੈਨੂੰ ਡਾਕਟਰ ਕੋਲ ਲੈ ਗਈ। ਜਦੋਂ ਡਾਕਟਰ ਨੇ ਚੈੱਕਅਪ ਕਰਿਆ ਤਾਂ ਮੈਨੂੰ ਖੁਸ਼ਖਬਰੀ ਸੁਣਾਈ ਕਿ ਤੂੰ ਮਾਂ ਬਣਨ ਵਾਲੀ ਹੈ। ਮੇਰੀ ਸੱਸ ਦਾ ਵੀ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ। ਫਿਰ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੇਰੇ ਵਿਆਹ ਹੋਏ ਨੂੰ ਇੰਨਾ ਟਾਈਮ ਹੋ ਗਿਆ, ਤੂੰ ਆਪਣੇ ਪੇਕੇ ਨਹੀਂ ਮਿਲਣ ਗਈ ਤੇ ਤੂੰ ਆਪਣੇ ਪੇਕੇ ਚਲੀ ਜਾ, ਕੁਝ ਦਿਨ ਉੱਥੇ ਰਹਿ ਕਿਉਂਕਿ ਤੈਨੂੰ ਹੁਣ ਆਰਾਮ ਦੀ ਲੋੜ ਹੈ। ਮੈਂ 20 ਦਿਨ ਆਪਣੇ ਪੇਕੇ ਘਰ ਰਹੀ ਤਾਂ ਫਿਰ ਮੇਰਾ ਪਤੀ ਵਿਸ਼ਾਲ ਮੈਨੂੰ ਲੈਣ ਲਈ ਆ ਗਿਆ। ਜਦੋਂ ਮੈਂ ਉਸਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਉਸ ਦੀ ਤਾਂ ਪਹਿਚਾਣ ਨਹੀਂ ਆ ਰਹੀ ਸੀ। ਉਸ ਦਾ ਹੁਲੀਆ ਤਾਂ ਬਿਲਕੁਲ ਹੀ ਬਦਲ ਗਿਆ ਸੀ ਤੇ ਉਦਾਸ ਸੀ। ਉਹਦੀ ਦਾੜੀ ਵੀ ਵਧੀ ਹੋਈ ਸੀ। ਪਹਿਲਾਂ ਤਾਂ ਉਹ ਆਪਣੀ ਦਾੜੀ ਨੂੰ ਕਦੇ ਵੀ ਇੰਨਾ ਵੱਡਾ ਨਹੀਂ ਸੀ ਕਰਦਾ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਹੋ ਗਿਆ, ਤੁਸੀਂ ਇਸ ਤਰ੍ਹਾਂ ਕਿਉਂ, ਤਾਂ ਉਹ ਕਹਿਣ ਲੱਗਾ ਕਿ ਮੇਰਾ ਤਾਂ ਤੇਰੇ ਬਿਨਾਂ ਇੱਕ ਦਿਨ ਵੀ ਦਿਲ ਨਹੀਂ ਲੱਗਿਆ। ਫਿਰ ਅਸੀਂ ਵਾਪਸ ਆਪਣੇ ਘਰ ਆ ਗਏ। ਮੈਨੂੰ ਅੰਦਰੋਂ ਅੰਦਰੋਂ ਖੁਸ਼ੀ ਸੀ ਕਿ ਮੇਰਾ ਪਤੀ ਮੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ ਤੇ ਉਸ ਦੀ 20 ਦਿਨਾਂ ਵਿੱਚ ਹੀ ਇਹ ਹਾਲਤ ਹੋ ਗਈ। ਮੈਨੂੰ ਇੰਨਾ ਪਿਆਰ ਕਰਦੇ ਨੇ। ਫਿਰ ਮੇਰੇ ਦਿਲ ਵਿੱਚ ਇਹੀ ਸੀ ਕਿ ਉਹ ਮੈਨੂੰ ਇਕੱਲਿਆਂ ਨੇ ਜੋ ਦਿਨ ਕੱਟੇ ਸੀ ਉਹਨਾਂ ਬਾਰੇ ਮੇਰੇ ਨਾਲ ਗੱਲਾਂ ਬਾਤਾਂ ਕਰਨਗੇ, ਪਰ ਉਹ ਤਾਂ ਰਾਤ ਨੂੰ ਸੋਫੇ ਤੇ ਉੱਪਰ ਹੀ ਲੇਟ ਗਏ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕੀ ਗੱਲ ਵਿਸ਼ਾਲ, ਤੁਸੀਂ ਸੋਫੇ ਤੇ ਕਿਉਂ ਨਹੀਂ ਸੋ ਗਏ, ਤੁਸੀਂ ਬੈੱਡ ਤੇ ਪੈ ਜਾਂਦੇ ਤਾਂ ਉਹ ਕਹਿਣ ਲੱਗਾ ਮੇਰਾ ਸਿਰ ਦਰਦ ਬਹੁਤ ਹੋ ਰਿਹਾ ਹੈ, ਆਰਾਮ ਕਰ ਲੈ। ਜਦੋਂ ਉਹਨਾਂ ਨੇ ਇਹ ਕਿਹਾ ਤਾਂ ਮੇਰੇ ਤਾਂ ਸਾਰੇ ਅਰਮਾਨਾਂ ਤੇ ਪਾਣੀ ਹੀ ਫਿਰ ਗਿਆ, ਕਿਉਂਕਿ 20 ਦਿਨਾਂ ਬਾਅਦ ਅਸੀਂ ਦੋਵੇਂ ਇਕੱਠੇ ਹੋਏ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਕਰਨਗੇ। ਫਿਰ ਮੈਂ ਜਦੋਂ ਉਹਨਾਂ ਦੇ ਕੋਲ ਗਈ ਤਾਂ ਮੈਨੂੰ ਦੇਖ ਕੇ ਇੱਕਦਮ ਹੀ ਬੈਠ ਗਏ ਤੇ ਕਹਿਣ ਲੱਗੇ ਕੀ ਗੱਲ, ਤੂੰ ਮੇਰੇ ਕੋਲ ਕਿਉਂ ਆਈ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਵਿਸ਼ਾਲ ਮੇਰੇ ਤੋਂ ਕੋਈ ਗਲਤੀ ਹੋਈ ਹੈ, ਤੁਸੀਂ ਮੇਰੇ ਨਾਲ ਨਾਰਾਜ਼ ਹੋ, ਮੈਨੂੰ ਕੋਈ ਗੱਲ ਤਾਂ ਦੱਸੋ, ਤੁਸੀਂ ਕਿਸ ਗੱਲ ਤੇ ਨਾਰਾਜ਼ ਹੋ ਕਿ ਮੈਂ ਪੇਕੇ ਇੰਨੇ ਦਿਨ ਰਹਿ ਕੇ ਆਈ ਹਾਂ, ਇਸੇ ਕਰਕੇ ਹੀ ਤੁਸੀਂ ਸੋਫੇ ਤੇ ਸੁੱਤੇ ਹੋ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਪਹਿਲੀ ਵਾਰ ਸਮੀਰ ਨੇ ਇਸ ਤਰ੍ਹਾਂ ਦਾ ਵਿਵਹਾਰ ਮੇਰੇ ਨਾਲ ਕੀਤਾ ਸੀ। ਫਿਰ ਉਹ ਮੈਨੂੰ ਕਹਿਣ ਲੱਗੇ ਕਿ ਨਹੀਂ ਮੈਂ ਤੇਰੇ ਨਾਲ ਨਾਰਾਜ਼ ਨਹੀਂ, ਤੇਰਾ ਹੱਕ ਬਣਦਾ, ਤੂੰ ਪੇਕੇ ਵੀ ਜਾ ਸਕਦੀ ਹੈ, ਤੇਰਾ ਉੱਥੇ ਵੀ ਜਾਣਾ ਜ਼ਰੂਰੀ ਹੈ, ਉੱਥੇ ਤੇਰੇ ਮੰਮੀ ਪਾਪਾ ਨੇ। ਤਾਂ ਉਹ ਫਿਰ ਮੇਰਾ ਹੱਥ ਫੜ ਕੇ ਕਹਿਣ ਲੱਗਿਆ ਕਿ ਮੈਂ ਕੱਲ੍ਹ ਹੀ ਤੇਰੇ ਡਾਕਟਰ ਕੋਲ ਗਿਆ ਸੀ, ਤੂੰ ਮੈਨੂੰ ਕਹਿਣ ਲੱਗੇ ਕਿ ਤੇਰੀ ਪਤਨੀ ਬਹੁਤ ਹੀ ਜ਼ਿਆਦਾ ਕਮਜ਼ੋਰ ਆ, ਜਿੰਨਾ ਟਾਈਮ ਤੁਹਾਡੇ ਬੱਚਾ ਨਹੀਂ ਹੁੰਦਾ ਉਹਨਾਂ ਟਾਈਮ ਆਪਣੀ ਪਤਨੀ ਤੋਂ ਦੂਰ ਹੀ ਰਹੇ, ਇਸੇ ਕਰਕੇ ਮੈਂ ਤੇਰੇ ਤੋਂ ਦੂਰ ਹਾਂ, ਨਹੀਂ ਤਾਂ ਇਹੋ ਜਿਹੀ ਕੋਈ ਗੱਲ ਨਹੀਂ। ਮੇਰਾ ਵੀ ਦਿਲ ਕਰਦਾ ਕਿ ਆਪਾਂ 20 ਦਿਨਾਂ ਬਾਅਦ ਮਿਲੇ ਹਾਂ। ਮੈਂ ਤਾਂ ਬਸ ਇਹੀ ਚਾਹੁੰਦਾ ਹਾਂ ਕਿ ਬੱਚਾ ਠੀਕ ਠਾਕ ਤੰਦਰੁਸਤ ਪੈਦਾ ਹੋ ਜਾਵੇ, ਤੂੰ ਆਰਾਮ ਨਾਲ ਬੈੱਡ ਤੇ ਸੌਂ ਜਾ, ਮੈਂ ਤਾਂ ਸੋਫੇ ਤੇ ਹੀ ਸੋਵਾਂਗਾ। ਫਿਰ ਅਸੀਂ ਦੋਨੋਂ ਸੋ ਗਏ। ਜਦੋਂ ਸਵੇਰ ਹੋਈ ਤਾਂ ਮੇਰਾ ਪਤੀ ਵਿਸ਼ਾਲ ਜਲਦੀ ਨਾਲ ਤਿਆਰ ਹੋ ਕੇ ਦਫ਼ਤਰ ਲਈ ਚਲਾ ਗਿਆ। ਜਦੋਂ ਵਿਸ਼ਾਲ ਚਲਾ ਗਿਆ ਤਾਂ ਰਾਜੀਵ ਬਾਹਰੋਂ ਆ ਰਿਹਾ ਸੀ। ਉਹ ਆਉਂਦਿਆਂ ਹੀ ਮੰਮੀ ਨੂੰ ਕਹਿਣ ਲੱਗਾ ਕਿ ਮਾਂ, ਹੁਣ ਤਾਂ ਤੁਸੀਂ ਮੈਨੂੰ ਵਾਪਸ ਜਾਣ ਦੀ ਇਜਾਜ਼ਤ ਦੇ ਦਿਓ, ਤੁਸੀਂ ਮੈਨੂੰ ਇੱਥੇ ਕਿਉਂ ਰੋਕ ਰੱਖਿਆ ਹੈ, ਮੇਰਾ ਉੱਥੇ ਬਹੁਤ ਹੀ ਨੁਕਸਾਨ ਹੋ ਰਿਹਾ ਹੈ, ਮੈਂ ਉੱਥੇ ਹੀ ਰਹਾਂਗਾ, ਮੈਂ ਇੱਥੇ ਨਹੀਂ ਰਹਿ ਸਕਦਾ। ਮੇਰੀ ਸੱਸ ਦਿਓਰ ਨੂੰ ਕਹਿਣ ਲੱਗੀ ਕਿ ਜਦੋਂ ਤੱਕ ਤੇਰਾ ਵਿਆਹ ਨਹੀਂ ਹੋ ਜਾਂਦਾ ਮੈਂ ਤੈਨੂੰ ਨਹੀਂ ਜਾਣ ਦੇਵਾਂਗੀ। ਤਾਂ ਉਹ ਕਹਿਣ ਲੱਗਿਆ ਮੈਂ ਤਾਂ ਅਜੇ 2-4 ਸਾਲ ਵਿਆਹ ਕਰਨਾ ਹੀ ਨਹੀਂ, ਜਦੋਂ ਮੈਂ ਵਿਆਹ ਕਰਾਉਣਾ ਹੋਇਆ ਤਾਂ ਮੈਂ ਵਾਪਸ ਆ ਜਾਵਾਂਗਾ। ਇਹ ਸੁਣ ਕੇ ਮੇਰੀ ਸੱਸ ਗੁੱਸੇ ਹੋਣ ਲੱਗੀ ਤਾਂ ਉਹ ਮੇਰੀ ਸੱਸ ਵੱਲ ਵੇਖ ਰਿਹਾ ਸੀ ਤੇ ਕਹਿਣ ਲੱਗਾ ਮੰਮੀ, ਤੁਹਾਨੂੰ ਕੀ ਹੋ ਗਿਆ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਤਾਂ ਫਿਰ ਉਸਨੇ ਮੇਰੀ ਸੱਸ ਨੂੰ ਆਪਣੇ ਗਲੇ ਨਾਲ ਲਾ ਲਿਆ ਤੇ ਮੇਰੀ ਸੱਸ ਰੋਂਦੀ ਹੋਈ ਕਹਿਣ ਲੱਗੀ ਕਿ ਮੇਰੀ ਅੱਖਾਂ ਦੇ ਸਾਹਮਣੇ ਰਿਹਾ ਕਰ,
ਤੁਸੀਂ ਮੇਰੇ ਦੋ ਹੀ ਪੁੱਤ ਹੋ, ਮੇਰਾ ਹੋਰ ਕੌਣ ਆ? ਮੈਂ ਤਾਂ ਤੁਹਾਡੇ ਆਸਰੇ ਹੀ ਜਿਉਂਦੀ ਹਾਂ। ਜਦੋਂ ਤੂੰ ਫੌਰਨ ਚਲਾ ਜਾਂਦਾ, ਮੇਰੇ ਦਿਲ ਨੂੰ ਪੁੱਛ ਮੇਰੇ ਤੇ ਕੀ ਬੀਤਦੀ ਆ। ਤੂੰ 3 ਜਾਂ 4 ਸਾਲਾਂ ਬਾਅਦ ਹੀ ਮੈਨੂੰ ਆਪਣੀ ਸ਼ਕਲ ਦਿਖਾਉਣਾ। ਮੇਰੀ ਸੱਸ ਵੀ ਆਪਣੀ ਜਗ੍ਹਾ ਸਹੀ ਸੀ, ਕਿਉਂਕਿ ਰਾਜੀਵ ਨੂੰ ਚਾਹੀਦਾ ਸੀ ਕਿ ਉਹ ਵੀ ਇੱਥੇ ਸੈੱਟ ਹੋ ਸਕਦਾ ਸੀ। ਸਾਡਾ ਇੱਥੇ ਬਹੁਤ ਵਧੀਆ ਗੁਜ਼ਾਰਾ ਚੱਲ ਰਿਹਾ ਸੀ। ਫਿਰ ਮੇਰੇ ਵੱਲ ਦੇਖ ਕੇ ਮੈਨੂੰ ਕਹਿਣ ਲੱਗਿਆ, ਭਾਬੀ ਤੁਸੀਂ ਹੀ ਮਾਂ ਨੂੰ ਸਮਝਾ ਦਿਓ। ਮੈਂ ਕਿਹਾ, ਰਾਜੀਵ ਮੰਮੀ ਆਪਣੀ ਜਗ੍ਹਾ ਠੀਕ ਆ। ਉਹ ਠੀਕ ਹੀ ਤਾਂ ਕਹਿ ਰਹੀ ਆ। ਤੂੰ ਆਪਣੀ ਜਿੱਦ ਛੱਡ ਦੇ। ਤੂੰ ਆਪਣੀ ਜਿੱਦ ਕਿਉਂ ਅੜਿਆ ਹੋਇਆ? ਇੱਥੇ ਵੀ ਤਾਂ ਆਪਾਂ ਵਧੀਆ ਰੋਟੀ ਖਾ ਰਹੇ ਹਾਂ। ਜਦੋਂ ਮੰਮੀ ਨਹੀਂ ਚਾਹੁੰਦੀ ਕਿ ਤੂੰ ਬਾਹਰ ਜਾਵੇਂ, ਤਾਂ ਤੂੰ ਇੱਥੇ ਹੀ ਕੋਈ ਵਧੀਆ ਨੌਕਰੀ ਕਰ ਸਕਦਾ। ਤਾਂ ਰਾਜੀਵ ਮੈਨੂੰ ਕਹਿਣ ਲੱਗਿਆ, ਭਾਬੀ ਤੁਸੀਂ ਮਾਂ ਨੂੰ ਸਮਝਾਉਣ ਦੀ ਬਜਾਏ ਉਹਨਾਂ ਦਾ ਸਾਥ ਦੇ ਰਹੇ ਹੋ। ਤੁਸੀਂ ਤਾਂ ਉਲਟਾ ਹੀ ਮੈਨੂੰ ਸਮਝਾਉਣ ਲੱਗ ਪਏ। ਤਾਂ ਉਹ ਕਹਿਣ ਲੱਗੇ ਕਿ ਰਹਿਣ ਦੇ ਭਾਬੀ, ਤੁਹਾਡੇ ਬੱਸ ਦੀ ਗੱਲ ਨਹੀਂ। ਮੈਂ ਤਾਂ ਆਪਣੇ ਭਰਾ ਵਿਸ਼ਾਲ ਨੂੰ ਹੀ ਕਹਾਂਗਾ ਕਿ ਉਹ ਮਾਂ ਨੂੰ ਸਮਝਾਉਣ। ਉਹ ਇੰਨਾ ਕਹਿ ਕੇ ਖੜਾ ਹੋ ਗਿਆ। ਤਾਂ ਮੇਰੀ ਸੱਸ ਮੇਰੇ ਦਿਓਰ ਨੂੰ ਕਹਿਣ ਲੱਗੀ, ਠੀਕ ਆ, ਹੁਣ ਜਦੋਂ ਤੂੰ ਆਵੇਂਗਾ ਤਾਂ ਮੇਰੀ ਮਰੀ ਤੇ ਹੀ ਆਵੇਂ। ਮੇਰੀ ਸੱਸ ਉੱਚੀ ਉੱਚੀ ਰੋਣ ਲੱਗੀ। ਮੈਂ ਆਪਣੀ ਸੱਸ ਨੂੰ ਚੁੱਪ ਕਰਾਇਆ ਤੇ ਰਾਜੀਵ ਆਪਣੇ ਕਮਰੇ ਵਿੱਚ ਚਲਾ ਗਿਆ। ਥੋੜੇ ਟਾਈਮ ਬਾਅਦ ਫਿਰ ਵਿਸ਼ਾਲ ਬਾਹਰ ਆਇਆ। ਉਹਦੇ ਹੱਥ ਵਿੱਚ ਇੱਕ ਫਾਈਲ ਫੜੀ ਹੋਈ ਸੀ। ਤੇ ਮੇਰੀ ਸੱਸ ਕਹਿਣ ਲੱਗੀ, ਇਹ ਕੀ ਆ? ਤੂੰ ਆਪਣੀ ਜਿੱਦ ਨਹੀਂ ਛੱਡ ਸਕਦਾ। ਤੂੰ ਜਾਣ ਦੀ ਤਿਆਰੀ ਕਰ ਰਿਹਾ ਹੈ। ਮੇਰੀ ਸੱਸ ਬਹੁਤ ਹੀ ਗੁੱਸੇ ਵਿੱਚ ਸੀ। ਤਾਂ ਫਿਰ ਵਿਸ਼ਾਲ ਕਹਿਣ ਲੱਗਿਆ, ਨਹੀਂ ਮਾਂ, ਮੈਂ ਆਪਣੀ ਜਾਨ ਦੀ ਤਿਆਰੀ ਨਹੀਂ ਕਰ ਰਿਹਾ। ਮੈਂ ਤਾਂ ਹੁਣ ਇੱਥੇ ਹੀ ਕੋਈ ਨਾ ਕੋਈ ਨੌਕਰੀ ਲੱਭ ਲਵਾਂਗਾ। ਜੇ ਤੂੰ ਨਹੀਂ ਚਾਹੁੰਦੀ ਤਾਂ ਮੈਂ ਨਹੀਂ ਜਾਵਾਂਗਾ। ਇਹ ਸੁਣ ਕੇ ਮੇਰੀ ਸੱਸ ਖੁਸ਼ੀ ਨਾਲ ਮੈਨੂੰ ਘੁੱਟ ਕੇ ਜੱਫੀ ਪਾ ਲਈ। ਫਿਰ ਰਾਤ ਨੂੰ ਵਿਸ਼ਾਲ ਦਾ ਤੇ ਉਹੀ ਹਾਲ, ਆਪਣਾ ਸਿਰਹਾਣਾ ਚੁੱਕਿਆ ਤੇ ਸੋਫੇ ਤੇ ਚਲਾ ਗਿਆ। ਮੈਂ ਤਾਂ ਵਿਸ਼ਾਲ ਦੀ ਇਸ ਹਰਕਤ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਵਿਸ਼ਾਲ ਤੋਂ ਇੱਕ ਪਲ ਵੀ ਦੂਰ ਨਹੀਂ ਸੀ ਰਹਿ ਸਕਦੀ। ਜਦੋਂ ਸਿਰਹਾਣਾ ਚੁੱਕ ਕੇ ਸੋਫੇ ਤੇ ਜਾਣ ਲੱਗੇ ਤਾਂ ਮੈਂ ਉਹਨਾਂ ਦਾ ਹੱਥ ਫੜ ਲਿਆ ਤੇ ਮੈਂ ਉਹਨਾਂ ਨੂੰ ਕਿਹਾ, ਤੁਸੀਂ ਬੈੱਡ ਤੇ ਹੀ ਪੈ ਜਾਓ, ਮੈਂ ਵੀ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੀ ਹਾਂ। ਤਾਂ ਉਹ ਮੇਰੀ ਗੱਲ ਸੁਣ ਕੇ ਬੈੱਡ ਦੇ ਉੱਪਰ ਬੈਠ ਗਏ ਤੇ ਮੈਂ ਉਹਨਾਂ ਨੂੰ ਕਿਹਾ, ਕੁਝ ਮਹੀਨੇ ਰਹਿ ਗਏ ਹਨ, ਹੁਣ ਤਾਂ ਆਪਣੇ ਘਰ ਵਿੱਚ ਇੱਕ ਨਵਾਂ ਮਹਿਮਾਨ ਆ ਜਾਵੇਗਾ। ਜਦੋਂ ਮੈਂ ਇਸ ਤਰ੍ਹਾਂ ਕਹਿ ਕੇ ਵਿਸ਼ਾਲ ਦੇ ਮੋਢੇ ਤੇ ਹੱਥ ਰੱਖਿਆ ਤਾਂ ਉਸਨੇ ਮੇਰਾ ਹੱਥ ਇੱਕਦਮ ਪਿੱਛੇ ਝਟਕ ਦਿੱਤਾ। ਮੈਂ ਉਹਨਾਂ ਨੂੰ ਕਿਹਾ, ਕੀ ਗੱਲ, ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ? ਤਾਂ ਉਹ ਕਹਿਣ ਲੱਗਾ ਕਿ ਕੁਝ ਨਹੀਂ, ਮੈਂ ਤੈਨੂੰ ਪੈਸੇ ਦੇ ਦੇਵਾਂਗਾ, ਜਾ ਕੇ ਸ਼ਾਪਿੰਗ ਕਰ ਲਵੇਂ, ਜੋ ਤੈਨੂੰ ਚਾਹੀਦਾ ਹੋਇਆ ਉਹ ਖਰੀਦ ਲਵੀਂ। ਮੈਂ ਤਾਂ ਦਫ਼ਤਰ ਵਿੱਚ ਹੀ ਬਿਜੀ ਹਾਂ ਤੇ ਮੇਰਾ ਕੰਮ ਬਹੁਤ ਜ਼ਿਆਦਾ, ਮੈਂ ਨਹੀਂ ਤੇਰੇ ਨਾਲ ਜਾ ਸਕਦਾ। ਮੈਂ ਸਵੇਰ ਨੂੰ ਦੇਰ ਨਾਲ ਉੱਠੀ। ਜਦੋਂ ਮੁੜਦੀ ਵਿਸ਼ਾਲ ਦਫ਼ਤਰ ਚਲਾ ਗਿਆ ਸੀ। ਜਦੋਂ ਤੋਂ ਮੈਂ ਪ੍ਰੈਗਨੈਂਟ ਹੋਈ ਸੀ ਤੇ ਵਿਸ਼ਾਲ ਮੈਨੂੰ ਕੋਈ ਵੀ ਕੰਮ ਨਹੀਂ ਸੀ ਕਰਨ ਦਿੰਦੇ ਤੇ ਦਫ਼ਤਰ ਲਈ ਵੀ ਆਪ ਹੀ ਤਿਆਰ ਹੋ ਜਾਂਦੇ ਸੀ। ਮੈਨੂੰ ਕਦੇ ਵੀ ਨਹੀਂ ਸੀ ਉਠਾਇਆ ਤੇ ਮੇਰਾ ਬਹੁਤ ਹੀ ਜ਼ਿਆਦਾ ਖਿਆਲ ਰੱਖਦੇ ਸੀ। ਦੁਪਹਿਰ ਦੇ ਟਾਈਮ ਜਦੋਂ ਰਾਜੀਵ ਘਰ ਆਇਆ ਤਾਂ ਉਹ ਕਹਿਣ ਲੱਗਿਆ ਕਿ ਮੈਨੂੰ ਵੀ ਕੋਈ ਨੌਕਰੀ ਮਿਲ ਗਈ ਹੈ। ਰਾਜੀਵ ਦੀ ਗੱਲ ਸੁਣ ਕੇ ਮੇਰੀ ਸੱਸ ਤਾਂ ਖੁਸ਼ੀ ਨਾਲ ਪਾਗਲ ਹੋ ਗਈ। ਉਸਨੇ ਫਿਰ ਰਾਜੀਵ ਨੂੰ ਕੁੱਟ ਕੇ ਆਪਣੇ ਨਾਲ ਲਾ ਲਿਆ ਤੇ ਉਸ ਨੂੰ ਬਹੁਤ ਸਾਰੀਆਂ ਦੁਆਵਾਂ ਦੇਣ ਲੱਗੀ ਤੇ ਮੈਨੂੰ ਕਹਿਣ ਲੱਗੀ ਕਿ ਹੁਣ ਤਾਂ ਤੂੰ ਜਲਦੀ ਆਪਣੀ ਦਰਾਣੀ ਲੱਭ ਲੈ, ਇਸ ਮਹੀਨੇ ਹੀ ਇਸ ਦਾ ਵਿਆਹ ਕਰ ਦੇਵਾਂਗੇ। ਇਹ ਸੁਣ ਕੇ ਰਾਜੀਵ ਗੁੱਸੇ ਨਾਲ ਮੂੰਹ ਬਣਾਉਂਦਾ ਹੋਇਆ ਕਮਰੇ ਵਿੱਚ ਚਲਾ ਗਿਆ ਤੇ ਕਹਿੰਦਾ, ਮੈਂ ਅਜੇ ਕੋਈ ਵਿਆਹ ਨਹੀਂ ਕਰਨਾ ਭਾਬੀ, ਤੁਸੀਂ ਮੇਰੇ ਲਈ ਕੋਈ ਵੀ ਕੁੜੀ ਨਾ ਦੇਖਣਾ। ਜੇ ਤੁਸੀਂ ਮੇਰੇ ਨਾਲ ਇਸ ਵਿੱਚ ਵੀ ਜ਼ਬਰਦਸਤੀ ਕੀਤੀ ਤਾਂ ਮੈਂ ਫਿਰ ਯੂਰਪ ਵਾਪਸ ਚਲਾ ਜਾਵਾਂਗਾ। ਫਿਰ ਕੁਝ ਮਹੀਨਿਆਂ ਬਾਅਦ ਮੇਰੇ ਇੱਕ ਸੋਹਣਾ ਜਿਹਾ ਬੇਟਾ ਪੈਦਾ ਹੋਇਆ। ਸਾਡਾ ਸਾਰਾ ਪਰਿਵਾਰ ਹੀ ਬਹੁਤ ਖੁਸ਼ ਸੀ। ਮੇਰੀ ਸੱਸ ਤਾਂ ਆਪਣੇ ਪੋਤੇ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਸੀ, ਪਰ ਵਿਸ਼ਾਲ ਬਹੁਤ ਹੀ ਚੁੱਪਚਾਪ ਰਹਿੰਦਾ ਸੀ। ਆਪਣੇ ਪੁੱਤ ਨੂੰ ਦੇਖ ਤਾਂ ਲੈਂਦਾ ਸੀ ਪਰ ਉਸ ਨੂੰ ਚੁੱਕਦਾ ਨਹੀਂ ਸੀ ਤੇ ਮੂੰਹ ਪਾਸੇ ਕਰ ਲੈਂਦਾ ਸੀ। ਮੈਂ ਵਿਸ਼ਾਲ ਦੀ ਇਸ ਗੱਲ ਨੂੰ ਨੋਟ ਕੀਤਾ ਕਿ ਉਹ ਆਪਣੇ ਬੇਟੇ ਨੂੰ ਕਦੇ ਵੀ ਪਿਆਰ ਨਾਲ ਨਹੀਂ ਸੀ ਚੁੱਕਦਾ ਤੇ ਬੇਟਾ ਹੋਣ ਤੋਂ ਬਾਅਦ ਵੀ ਵਿਸ਼ਾਲ ਸੋਫੇ ਤੇ ਹੀ ਸੌਂਦਾ ਸੀ। ਜੇ ਮੈਂ ਉਹਨਾਂ ਨੂੰ ਹੁਣ ਵੀ ਸੋਫੇ ਤੇ ਸੌਣ ਦਾ ਕਾਰਨ ਪੁੱਛਦੀ ਤਾਂ ਉਹ ਕਹਿੰਦਾ ਕਿ ਜੇ ਮੈਂ ਬੈੱਡ ਤੇ ਸੁੱਤਾ ਤੇ ਮੇਰਾ ਬੇਟਾ ਡਿਸਟਰਬ ਹੋ ਜਾਵੇਗਾ, ਪਰ ਹੁਣ ਤਾਂ ਮੇਰਾ ਸਬਰ ਜਵਾਬ ਦੇ ਰਿਹਾ ਸੀ। ਫਿਰ ਮੈਂ ਵਿਸ਼ਾਲ ਨੂੰ ਜਿੱਦ ਨਾਲ ਕਿਹਾ ਕਿ ਅੱਜ ਤੁਸੀਂ ਮੇਰੇ ਨਾਲ ਹੀ ਬੈੱਡ ਤੇ ਸੌਵੋਗੇ, ਮੈਂ ਕੁਝ ਨਹੀਂ ਸੁਣਨਾ ਚਾਹੁੰਦੀ। ਤੇ ਸੁਣ ਕੇ ਉਸਦੇ ਚਿਹਰੇ ਦਾ ਰੰਗ ਹੀ ਉੱਡ ਗਿਆ। ਮੈਂ ਉਹਨਾਂ ਦਾ ਹੱਥ ਫੜਿਆ ਤੇ ਕਿਹਾ ਕਿ ਸਾਡੇ ਕੋਲ ਕੋਈ ਬਹਾਨਾ ਨਹੀਂ, ਆਪਣਾ ਬੇਟਾ ਵੀ 2 ਮਹੀਨੇ ਦਾ ਹੋ ਗਿਆ ਹੈ, ਤੁਸੀਂ ਮੇਰੇ ਤੋਂ ਕਿਉਂ ਇੰਨਾ ਦੂਰ ਰਹਿੰਦੇ ਹੋ? ਉਹਨਾਂ ਨੇ ਜਦੋਂ ਮੇਰਾ ਹੱਥ ਇੱਕਦਮ ਛਡਾਇਆ ਤਾਂ ਉਹਨਾਂ ਦੀ ਅੱਖਾਂ ਵਿੱਚ ਹੰਝੂ ਨਿਕਲਣ ਲੱਗੇ। ਉਹ ਮੈਨੂੰ ਕਹਿਣ ਲੱਗੇ ਕਿ ਮੈਂ ਵੀ ਸਬਰ ਕਰਕੇ ਥੱਕ ਚੁੱਕਿਆ। ਉਹ ਕਹਿਣ ਲੱਗੇ, ਵਿਸ਼ਾਲ ਨਹੀਂ, ਮੈਂ ਰਾਜੀਵ ਹਾਂ,
ਮੈਂ ਇਹ ਗੱਲ ਸੁਣੀ ਤੇ ਮੇਰੇ ਹੋਸ਼ ਉੱਡ ਗਏ। ਮੇਰੇ ਨਾਲ ਇਹ ਕੀ ਹੋ ਰਿਹਾ ਹੈ? ਮੈਂ ਤਾਂ ਹੈਰਾਨ ਸੀ ਕਿ ਰਾਤ ਨੂੰ ਮੇਰੇ ਪਤੀ ਨੇ ਆਪਣੀ ਜਗ੍ਹਾ ਆਪਣੇ ਭਰਾ ਨੂੰ ਭੇਜ ਦਿੱਤਾ। ਆਖਿਰ ਬਰਦਾਸ਼ਤ ਦੀ ਵੀ ਕੋਈ ਤਾਂ ਹੱਦ ਹੁੰਦੀ ਹੈ। ਮੈਂ ਉਸ ਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਈ ਮੇਰੇ ਕਮਰੇ ਵਿੱਚ ਆਉਣ ਲੱਗਿਆ? ਤੂੰ ਰਾਤ ਨੂੰ ਮੇਰੇ ਕਮਰੇ ਵਿੱਚ ਕੀ ਕਰ ਰਿਹਾ ਸੀ? ਮੈਂ ਕਿਹਾ ਮੈਂ ਵਿਸ਼ਾਲ ਨਾਲ ਗੱਲ ਕਰਾਂਗੀ ਕਿ ਉਹਨਾਂ ਨੇ ਤੇਰੇ ਕਮਰੇ ਵਿੱਚ ਕਿਉਂ ਭੇਜਿਆ। ਇਹ ਕਹਿ ਕੇ ਮੈਂ ਗੁੱਸੇ ਵਿੱਚ ਬਾਹਰ ਜਾਣ ਲੱਗੀ। ਉਸਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ, ਭਾਬੀ ਪਹਿਲਾਂ ਤੁਸੀਂ ਮੇਰੀ ਸਾਰੀ ਗੱਲ ਤਾਂ ਸੁਣ ਲਓ। ਜਿਹੜੀ ਖਬਰ ਉਸਨੇ ਮੈਨੂੰ ਸੁਣਾਈ ਉਹ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਕਹਿਣ ਲੱਗਾ ਕਿ ਜਦੋਂ ਤੁਸੀਂ ਆਪਣੇ ਪੇਕੇ ਗਈ ਸੀ ਤਾਂ ਵਿਸ਼ਾਲ ਇੱਕ ਦਿਨ ਗੱਡੀ ਤੇ ਜਾ ਰਿਹਾ ਸੀ ਤੇ ਉਸ ਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ। ਐਕਸੀਡੈਂਟ ਇੰਨਾ ਜ਼ਿਆਦਾ ਭਿਆਨਕ ਸੀ ਕਿ ਵਿਸ਼ਾਲ ਦੀ ਲਾਸ਼ ਬਿਲਕੁਲ ਕੁਚਲੀ ਗਈ। ਉਸ ਦੀ ਪਹਿਚਾਣ ਵੀ ਨਹੀਂ ਸੀ ਆ ਰਹੀ। ਮੈਨੂੰ ਪੁਲਿਸ ਨੇ ਫੋਨ ਕਰ ਦਿੱਤਾ। ਮੈਂ ਉਸ ਗੱਲ ਨੂੰ ਉੱਥੇ ਹੀ ਦੱਬ ਦਿੱਤਾ। ਮੈਂ ਉਸ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਂ ਘਬਰਾਈ ਹੋਈ ਉਸ ਤੋਂ ਪਿੱਛੇ ਹਟ ਗਈ। ਮੈਂ ਬਸ ਸੁੰਨ ਹੋ ਗਈ। ਮੇਰੀ ਅੱਖਾਂ ਵਿੱਚੋਂ ਲਗਾਤਾਰ ਹੰਝੂ ਨਿਕਲ ਰਹੇ ਸੀ। ਮੇਰਾ ਦਿਲ ਬਹੁਤ ਹੀ ਕੰਬ ਰਿਹਾ ਸੀ। ਮੈਨੂੰ ਤਾਂ ਉਸ ਦੀਆਂ ਗੱਲਾਂ 'ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮੇਰੇ ਨਾਲ ਹੁਣ ਵੀ ਮਜ਼ਾਕ ਹੀ ਕਰ ਰਿਹਾ। ਮੈਂ ਉਸ ਨੂੰ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਇਹੋ ਜਿਹਾ ਮਜ਼ਾਕ ਨਹੀਂ ਕਰ ਸਕਦਾ, ਤੂੰ ਮੇਰੇ ਨਾਲ ਝੂਠ ਬੋਲ ਰਿਹਾ ਹੈ। ਉਹ ਮੈਨੂੰ ਕਹਿਣ ਲੱਗਿਆ ਕਿ ਭਾਬੀ ਮੈਂ ਐਡਾ ਵੱਡਾ ਝੂਠ ਨਹੀਂ ਬੋਲ ਸਕਦਾ। ਤਬ ਫਿਰ ਕਹਿਣ ਲੱਗਿਆ, ਭਾਬੀ ਤੁਸੀਂ ਆਪਣੇ ਪਿਛਲੇ 4 ਮਹੀਨਿਆਂ ਦੇ ਵਿੱਚ ਕਦੇ ਵੀ ਮੈਨੂੰ ਤੇ ਵਿਸ਼ਾਲ ਨੂੰ ਇਕੱਠਿਆਂ ਦੇਖਿਆ? ਜਦੋਂ ਵਿਸ਼ਾਲ ਜਾਂਦਾ ਸੀ ਤਾਂ ਮੈਂ ਆਉਂਦਾ ਸੀ, ਜਦੋਂ ਮੈਂ ਜਾਂਦਾ ਸੀ ਤਾਂ ਵਿਸ਼ਾਲ ਆਉਂਦਾ ਸੀ। ਇਹ ਹੁਣ ਸਿਰਫ ਮੈਂ ਤੁਹਾਡੇ ਨਾਲ ਨਾਟਕ ਕਰਿਆ, ਕਿਉਂਕਿ ਜੇ ਮੈਂ ਇਹ ਨਾਟਕ ਨਾ ਖੇਡਦਾ ਤਾਂ ਤੁਹਾਡੀ ਜਾਨ ਬਚਣੀ ਸੀ ਤੇ ਨਾ ਹੀ ਇਸ ਮਾਸੂਮ ਬੱਚੇ ਦੀ ਜਾਨ। ਮੇਰੇ ਦਿਮਾਗ ਵਿੱਚ ਗੱਲਾਂ ਆਉਣ ਲੱਗੀਆਂ ਕਿ ਜਦੋਂ ਰਾਤ ਨੂੰ ਵਿਸ਼ਾਲ ਆਉਂਦਾ ਸੀ ਤਾਂ ਮੈਂ ਰਜੀਵ ਬਾਰੇ ਪੁੱਛਦੀ ਤਾਂ ਉਹ ਮੈਨੂੰ ਕਹਿ ਦਿੰਦਾ ਕਿ ਰਜੀਵ ਤਾਂ ਬਾਹਰ ਆਪਣੇ ਦੋਸਤਾਂ ਨਾਲ ਗਿਆ ਹੈ। ਇਸ ਦੀ ਗੱਲ 'ਤੇ ਯਕੀਨ ਕਰ ਲੈਂਦੀ। ਉਹ ਕਹਿਣ ਲੱਗਿਆ